ਧੋਖਾ ਕੋਈ ਕਿਸੇ ਨੂੰ ਨਹੀਂ ਦੇ ਰਿਹਾ ਹੈ। ਧੋਖਾ ਤੁਸੀਂ ਖਾ ਰਹੇ ਹੋ ਆਪਣੀਆਂ ਵਾਸ਼ਨਾਵਾਂ ਕਰਕੇ ਸੰਸਾਰ ਵਿੱਚ, ਤੇ ਧੋਖੇ ਖਾਂਦੇ ਰਹੋਗੇ ਤਾਂ ਦੁਖੀ ਹੁੰਦੇ ਰਹੋਗੇ। ਇਲਜ਼ਾਮ ਦੂਸਰਿਆਂ ਤੇ ਲਾਉਂਦੇ ਰਹੋਗੇ, ਫਲਾਣੇ ਨੇ ਧੋਖਾ ਦੇ ਦਿੱਤਾ, ਘਰ ਵਾਲੀ ਛੱਡ ਕੇ ਚਲੇ ਗਈ, ਧੋਖਾ ਦੇ ਦਿੱਤਾ, ਨਹੀਂ ਭਲਾ ਕੀਤਾ ਤੁਹਾਡਾ, ਛੁਟਕਾਰਾ ਹੋ ਗਿਆ, ਉਹਨੂੰ ਦੁਆ ਦਿਓ, ਧੰਨਵਾਦ ਕਰੋ ਉਹਦਾ। ਬੱਚੇ ਕਹਿਣਾ ਨਹੀਂ ਮੰਨਦੇ ਹਨ ਤੇ ਤੁਸੀਂ ਸੋਚ ਰਹੇ ਧੋਖਾ ਦੇ ਰਹੇ ਹਨ, ਨਹੀਂ, ਉਹਨਾਂ ਦਾ ਵੀ ਧੰਨਵਾਦ ਕਰੋ। ਤੁਹਾਡੀ ਮਮਤਾ ਤੋੜ ਰਹੇ ਹਨ ਉਹ ਜੀਂਦੇ ਜੀ, ਤੁਹਾਨੂੰ ਫਾਰਗ ਕਰ ਰਹੇ ਹਨ। ਅਤੇ ਅਗਰ ਹੋਰ ਵੀ ਕੋਈ ਮਿੱਤਰ ਸੱਜਣ ਜੋ ਤੁਸੀਂ ਚਾਹਿਆ ਸੀ ਵੈਸੇ ਉਹ ਕੰਮ ਨਹੀਂ ਆਏ ਹਨ ਅਤੇ ਭਲਾ ਹੋਇਆ ਹੈ, ਤੁਹਾਨੂੰ ਪਤਾ ਲੱਗਾ ਵੀ ਕੋਈ ਵੀ ਕੰਮ ਦਾ ਨਹੀਂ ਹੈ ਇੱਥੇ ਸੰਸਾਰ ਦੇ ਵਿੱਚ। ਕੋ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ, ਅਤੇ ਕੋਈ ਆਪਣਾ ਨਹੀਂ ਹੈ ਇੱਥੇ। ਸਾਰਿਆਂ ਨੂੰ ਆਪੋ ਆਪਣੀ ਪਈ ਹੈ ਇੱਥੇ। ਉਹਨਾਂ ਨੂੰ ਗਾਂ ਕੋਈ ਹੋਰ ਧੋਖਾ ਦੇ ਕੇ ਚਲੇ ਜਾਂਦਾ ਹੈ। ਇੱਦਾਂ ਹੀ ਧੋਖਾ ਹੀ ਚੱਲ ਰਿਹਾ ਸੰਸਾਰ। ਧੋਖਾ ਹੀ ਹੈ ਨਾ ਇੱਕ ਸੰਸਾਰ, ਸੰਸਾਰ ਹੀ ਇੱਕ ਧੋਖਾ ਹੈ। ਮਜ਼ਾਕ ਹੈ ਪਰਮਾਤਮਾ ਨੇ ਇੱਕ ਕੀਤਾ ਹੋਇਆ। ਬਾਜੀਗਰ ਦਾ ਖੇਲ, ਮਾਇਆ ਦਾ ਜਾਲ, ਉਹ ਧੋਖੇ ਦੇ ਵਿੱਚ ਤੁਸੀਂ ਉਲਝ ਗਏ ਅਤੇ ਧੋਖੇ ਖਾ ਰਹੇ ਹੋ। ਤੀਸਰੀ ਗੱਲ ਜੋ ਇਹਨੇ ਕੀਤੀ ਹੈ ਵੀ ਧਨ ਕਰਕੇ, ਪੈਸੇ ਕਰਕੇ ਕੋਈ ਧੋਖਾ ਦੇ ਗਿਆ। ਐਸਾ ਧੋਖਾ ਵੀ ਮੈਨੂੰ ਕਦੇ ਨਹੀਂ ਮਿਲਿਆ ਹੈ। ਮੈਂ ਕਿਵੇਂ ਦੱਸਾਂ ਵੀ ਕੌਣ ਧੋਖਾ ਦੇ ਗਿਆ। ਦਰਅਸਲ ਜਿੰਨੀ ਤੁਸੀਂ ਕਿਸੇ ਚੀਜ਼ ਦੀ ਅਹਿਮੀਅਤ ਸਮਝਦੇ ਹੋ ਨਾ, ਉਨੀ ਅਹਿਮੀਅਤ ਹੈ ਨਹੀਂ। ਤੋ ਅਹਿਮੀਅਤ ਸਮਝ ਕੇ ਹੀ ਤੁਸੀਂ ਕਹਿੰਦੇ ਹੋ ਫਲਾਣਾ ਧੋਖਾ ਦੇ ਗਿਆ। ਹੁਣ ਮਾਇਆ ਦੀ ਇੰਨੀ ਅਹਿਮੀਅਤ ਥੋੜ੍ਹੀ ਹੈ। ਇਹ ਧਨ ਦੀ, ਸੰਪત્ਤੀ ਦੀ, ਲੋਕ ਕਹਿੰਦੇ ਨਾ ਹੱਥਾਂ ਦੀ ਮੈਲ ਹੈ। ਤਾਂ ਇੰਨੀ ਵੈਲਿਊ ਨਹੀਂ ਹੈ ਜਿੰਨੀ ਤੁਸੀਂ ਵੈਲਿਊ ਇਹਦੀ ਕਰ ਦਿੰਦੇ ਹੋ। ਉਸ ਕਾਰਨ ਲੱਗਦਾ ਹੈ ਤੁਹਾਨੂੰ ਧੋਖਾ। ਜਿਵੇਂ ਇਵੇਂ ਸਮਝ ਲਵੋ, ਸ਼ਾਂਤ ਵੇਲੇ ਉੱਥੇ ਸੇਵਾਦਾਰ ਸੇਵਾ ਕਰ ਰਹੇ ਹਨ ਅਤੇ ਮੈਂ ਕਦੀ ਵੀ ਉਹਨਾਂ ਕੋਲ ਹਿਸਾਬ ਕਿਤਾਬ ਨਹੀਂ ਪੁੱਛਿਆ ਹੈ ਪੈਸੇ ਦਾ। ਨਾ ਹੀ ਮੈਨੂੰ ਪਤਾ ਹੈ ਕਿੰਨਾ ਆ ਰਿਹਾ ਹੈ, ਕਿੰਨਾ ਲੱਗ ਰਿਹਾ ਹੈ, ਕਿੰਨਾ ਹੈ, ਕਿੰਨਾ ਨਹੀਂ ਹੈ। ਮੈਨੂੰ ਕੁਝ ਪਤਾ ਨਹੀਂ ਹੈ। ਬਲਕਿ ਬਹੁਤੇ ਸਾਧੂ ਮਹਾਤਮਾ ਵੀ ਐਸਾ ਨਹੀਂ ਕਰਦੇ ਹਨ। ਉਹ ਵੀ ਸੋਚਦੇ ਹਨ ਕੋਈ ਵਿੱਚੋਂ ਪੈਸੇ ਖਾ ਨਾ ਲਵੇ। ਅਤੇ ਬਹੁਤ ਹਿਸਾਬ ਕਿਤਾਬ ਧਾਰਮਿਕ ਸਥਾਨਾਂ 'ਤੇ ਜ਼ਿਆਦਾ ਹਿਸਾਬ ਕਿਤਾਬ ਰੱਖ ਰਹੇ ਹਨ ਲੋਕ। ਤੋ ਧਨ 'ਚ ਹੀ ਫਸੇ ਹੋਏ ਹਨ ਜਿਹੜੇ ਹਿਸਾਬ ਕਿਤਾਬ ਰੱਖ ਰਹੇ ਹਨ। ਅਤੇ ਫਿਰ ਕਹਿੰਦੇ ਨੇ ਦੂਸਰਾ ਧੋਖਾ ਦੇ ਗਿਆ। ਹਿਸਾਬ ਕਿਤਾਬ ਰੱਖੋ, ਇਹਨਾਂ ਦੇ ਧੋਖਾ ਦੇਊਗਾ ਕਿਵੇਂ? ਮੈਂ ਤਾਂ ਇਹ ਕਹਿੰਦਾ, ਅਗਰ ਕੋਈ ਆਪਣੇ ਵਾਸਤੇ ਧਨ ਵਰਤ ਵੀ ਲਵੇ, ਸਮਝ ਲਓ, ਤਾਂ ਮੈਨੂੰ ਕਿਵੇਂ ਧੋਖਾ ਦੇ ਗਿਆ ਉਹ? ਤਾਂ ਧੋਖਾ ਤਾਂ ਉਹ ਆਪਣੇ ਆਪ ਨੂੰ ਦੇਊਗਾ। ਅਤੇ ਮੈਂ ਅਕਸਰ ਕਹਿੰਦਾ ਹੁੰਦਾ ਹਾਂ ਵੀ ਮੇਰੇ ਵਿਸ਼ਵਾਸ ਨੂੰ ਤੁਸੀਂ ਤੋੜ ਨਹੀਂ ਸਕਦੇ ਹੋ। ਮੇਰੇ ਭਰੋਸੇ ਨੂੰ ਤੁਸੀਂ ਕੁਝ ਵੀ ਕਰੋ, ਮੇਰਾ ਭਰੋਸਾ ਬਣਿਆ ਰਹੇਗਾ। ਫਿਰ ਇਹ ਜਿਹੜਾ ਕੰਮ ਹੈ ਨਾ, ਪਰਮ ਭਰੋਸੇ ਦਾ ਹੈ। ਅਗਰ ਮੈਂ ਤੁਹਾਡੇ 'ਤੇ ਭਰੋਸਾ ਹੈ ਇੰਨਾ ਕੁ ਨਾ ਕਰੂੰਗਾ, ਧਨ ਸੰਪੱਤੀ ਦਾ ਹੀ ਆਹ ਸਭ ਕੁਝ ਸੌਂਪ ਦਿੱਤਾ, ਅਤੇ ਤੁਸੀਂ ਮੇਰੇ 'ਤੇ ਭਰੋਸਾ ਕਿਵੇਂ ਕਰੋਗੇ? ਕਿਉਂਕਿ ਉਹ ਜਿਹੜਾ ਭਰੋਸਾ ਹੈ ਨਾ ਜੀਵਨ ਨੂੰ ਸਮਰਪਿਤ ਕਰਨ ਵਾਸਤੇ, ਉਹ ਬਹੁਤ ਵੱਡਾ ਚਾਹੀਦਾ ਹੈ। ਆਪਣੇ ਜੀਵਨ ਨੂੰ ਤੁਸੀਂ ਸਮਰਪਿਤ ਕਰਨਾ ਹੈ ਤਾਂ ਹੀ ਸਮਰਪਿਤ ਕਰੋਗੇ ਨਾ। ਭਰੋਸਾ ਹੋਵੇਗਾ ਵੀ ਇਹ ਸਾਡੇ 'ਤੇ ਇੰਨਾ ਭਰੋਸਾ ਕਰੀ ਬੈਠੇ ਹਨ, ਸਭ ਕੁਝ ਛੱਡਿਆ ਹੋਇਆ ਹੈ। ਅਤੇ ਪੱਖੋਵਾਲ ਵੀ ਜਦੋਂ ਸੀ ਮੈਂ, ਅਤੇ ਤਕਰੀਬਨ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੀ ਸੀ। ਅਤੇ ਪੈਸੇ ਇੱਦਾਂ ਹੀ ਦਰਾਜ ਦੇ ਵਿੱਚ ਪੈ ਰਹਿੰਦੇ ਸੀ, ਕੋਈ ਲੋਕ ਨਹੀਂ ਸੀ ਲਾਉਂਦਾ ਮੈਂ, ਅਤੇ ਨਾ ਹੀ ਕਦੀ ਗਿਣੇ ਸੀ। ਤਾਂ ਹੁਣ ਜਦੋਂ ਗਿਣੇ ਹੀ ਨਹੀਂ ਅਤੇ ਧੋਖਾ ਦੇ ਕਿਵੇਂ ਗਿਆ? ਕੋਈ ਦੇ ਕਿਵੇਂ ਜਾਊਗਾ?
ਅਗਰ ਲੈ ਵੀ ਜਾਊਗਾ ਤਾਂ ਵੀ ਕੀ ਧੋਖਾ ਦੇ ਗਿਆ, ਕੀ ਲੈ ਗਿਆ ਮੇਰਾ। ਹੁਣ ਵੀ ਉੱਥੇ ਸੇਵਾਦਾਰ ਨੂੰ ਜਿਹੜੇ ਪ੍ਰਬੰਧ ਸੌਂਪਿਆ ਹੋਇਆ ਹੈ, ਹਰ ਮਹੀਨੇ ਵੀ ਉੱਥੇ ਪ੍ਰੋਗਰਾਮ ਵੀ ਹੁੰਦਾ ਹੈ, ਅਤੇ ਕਦੇ ਵੀ ਮੈਂ ਉਹਨੂੰ ਹਿਸਾਬ ਕਿਤਾਬ ਨਹੀਂ ਪੁੱਛਿਆ। ਅਤੇ ਜਦੋਂ ਸੌਂਪ ਹੀ ਦਿੱਤਾ ਵੀ ਤੂੰ ਜਾਣ, ਤੇਰਾ ਕੰਮ ਜਾਣ, ਮੈਂ ਕਾਹਨੂੰ ਹਿਸਾਬ ਕਿਤਾਬਾਂ ਦੇ ਵਿੱਚ ਪਾਵਾਂ। ਅਤੇ ਧੋਖਾ ਦੇਊਗਾ ਕਿਵੇਂ, ਕੋਈ ਹਿਸਾਬ ਕਿਤਾਬ ਨਾ ਹੋਊਗਾ। ਪਰ ਤੁਸੀਂ ਹਿਸਾਬਾਂ ਕਿਤਾਬਾਂ ਦੇ ਵਿੱਚ ਪਏ ਹੋ ਨਾ, ਤੁਸੀਂ ਧਨ ਦਾ ਬਹੁਤਾ ਹੀ ਮੁੱਲ, ਬਹੁਤ ਹੀ ਵੈਲਿਊ, ਬਹੁਤ ਹੀ ਅਹਿਮੀਅਤ ਸਮਝਦੇ ਹੋ। ਜਿਵੇਂ ਪਿੱਛੇ ਜਿਹੇ ਯਾਤਰਾ ਵਿੱਚ ਜਗਮੋਹਨ ਸਿੰਘ ਸੀ ਸਾਡੇ ਨਾਲ, ਅਤੇ ਇਹ ਬੜਾ ਧਿਆਨ ਰੱਖਦਾ ਸੀ ਆਪਣੀਆਂ ਚੀਜ਼ਾਂ ਦਾ, ਪੈਸੇ ਦਾ ਕਿੱਥੇ ਰੱਖੇ, ਵਾਰ-ਵਾਰ ਉਹਨੂੰ ਦੇਖਦਾ ਰਹਿੰਦਾ, ਵਾਰ-ਵਾਰ ਖਿਆਲ ਰੱਖ, ਅਤੇ ਵਾਰ-ਵਾਰ ਭੁੱਲਦਾ ਰਹਿੰਦਾ, ਯਾਦ ਕਰਦਾ ਰਹਿੰਦਾ। ਇੰਨਾ ਖਿਆਲ ਕਿਉਂ ਪੈਸੇ ਵੱਲ ਜਾ ਰਿਹਾ ਹੈ, ਕਿਉਂ ਹਿਸਾਬ ਕਿਤਾਬ ਰੱਖਿਆ ਜਾ ਰਿਹਾ ਹੈ ਕਿ ਪਾਈ ਦਾ। ਕਿਉਂਕਿ ਧਨ ਵਾਲੇ ਸਾਰੀ ਜ਼ਿੰਦਗੀ ਲਾਈ ਹੈ ਨਾ, ਪੈਸੇ ਵਾਲੇ ਹੀ, ਪੈਸੇ ਦੀ ਜ਼ਿਆਦਾ ਹੀ ਵੈਲਿਊ ਸਮਝ ਰਹੇ ਹਨ। ਇੰਨਾ ਚਿੰਤਨ ਪੈਸੇ ਦਾ, ਇੰਨਾ ਹਿਸਾਬ ਕਿਤਾਬ, ਅਤੇ ਖਿਆਲ ਰੱਖ ਰਹੇ ਹਨ ਕਿੱਥੇ ਰੱਖਿਆ ਹੋਇਆ ਹੈ। ਵਾਰ-ਵਾਰ ਵਲੇਟ ਕੇ ਟੈਚੀ ਦੇ ਵਿੱਚ ਵਾੜੀ ਜਾਣਗੇ, ਕਦੀ ਕਿਤੇ ਰੱਖਣਗੇ। ਅਗਰ ਪਿੱਛੇ ਰਹਿ ਗਿਆ ਅਤੇ ਉਹਦਾ ਖਿਆਲ ਰੱਖਦੇ ਹਨ ਵੀ ਕਿੱਥੇ ਰਹਿ ਗਿਆ। ਅਤੇ ਚਿੰਤਨ ਪੈਸੇ ਦਾ ਕਿਉਂ ਚੱਲ ਰਿਹਾ ਹੈ? ਤੁਸੀਂ ਵੈਲਿਊ ਜ਼ਿਆਦਾ ਸਮਝ ਲਈ ਨਾ, ਅਹਿਮੀਅਤ ਸਮਝ ਲਈ। ਧਨ ਦੀ ਉਨੀ ਹੈ ਨਹੀਂ, ਇਹ ਸਿਰਫ ਵਰਤਣ ਵਾਸਤੇ ਸੀ। ਅਤੇ ਅਹਿਮੀਅਤ ਜ਼ਿਆਦਾ ਸਮਝਣ ਕਰਕੇ ਹੀ ਧਨ ਦੀ ਵੈਲਿਊ, ਇਸ ਕਰਕੇ ਤੁਸੀਂ ਕਹਿੰਦੇ ਹੋ ਧੋਖਾ ਦੇ ਗਿਆ ਕੋਈ ਪੈਸੇ ਲੈ ਗਿਆ, ਨਹੀਂ ਦੇ ਕੇ ਗਿਆ, ਤੁਸੀਂ ਕਹਿੰਦੇ ਧੋਖਾ ਦੇ ਗਿਆ। ਦੱਸੋ, ਕਾਗਜ਼ ਲੈ ਗਿਆ ਤਾਂ ਕੀ ਹੋ ਗਿਆ? ਲੈ ਗਿਆ ਸੋ ਲੈ ਗਿਆ, ਤੁਹਾਡਾ ਕੀ ਲੈ ਗਿਆ? ਆਪਣੇ ਹੀ ਲੈ ਗਿਆ ਹੋਵੇਗਾ। ਅਤੇ ਕੋਈ ਵੀ ਧੋਖਾ ਨਹੀਂ ਦਿੰਦਾ ਹੈ। ਅਤੇ ਕਈ ਚੀਜ਼ਾਂ ਦੀ ਬਹੁਤੀ ਅਹਿਮੀਅਤ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਜਾਣਗੀ, ਫਿਰ ਉਹ ਗਵਾਚ ਜਾਣਗੀਆਂ, ਫਿਰ ਦੁਖੀ ਹੋਣਗੇ। ਜਾਂ ਕੋਈ ਚੱਕ ਕੇ ਲੈ ਗਿਆ ਅਤੇ ਫਿਰ ਦੁੱਖ ਹੋਊਗਾ। ਕਿਉਂ ਹੋਵੇਗਾ? ਕਿਉਂਕਿ ਉਹਦੀ ਅਹਿਮੀਅਤ ਜ਼ਿਆਦਾ ਸਮਝ ਲਈ ਤੁਸੀਂ। ਇਸ ਕਰਕੇ ਹੀ ਨਾ, ਜਿਵੇਂ ਕਈਆਂ ਨੂੰ ਆਹ ਮੋਟਰ ਗੱਡੀ ਦੇ ਨਾਲ, ਕਾਰ ਦੇ ਨਾਲ ਬੜਾ ਪਿਆਰ ਹੁੰਦਾ ਹੈ, ਮਾੜੀ ਜਿਹੀ ਲੱਗ ਜਾਵੇ ਨਾ ਕਿਤੇ, ਉਹ ਬੜੇ ਬੇਚੈਨ ਹੁੰਦੇ ਹਨ, ਕ੍ਰੋਧਿਤ ਹੋ ਜਾਂਦੇ, ਲੜਨ ਲੱਗ ਪੈਂਦੇ ਅਗਲੇ ਨਾਲ, ਦੁਖੀ ਹੁੰਦੇ, ਪਰੇਸ਼ਾਨ ਹੁੰਦੇ, ਤੜਫਦੇ, ਦਿਲ ਦੀ ਧੜਕਣ ਵੱਧ ਜਾਂਦੀ। ਕੀ ਹੋਇਆ? ਕਾਰ ਹੀ ਲੱਗ ਗਈ ਨਾ, ਤਾਂ ਕੀ ਹੋਇਆ? ਪਰ ਜ਼ਿਆਦਾ ਮੋਹ ਪਾ ਲਿਆ, ਲਗਾਵ ਜ਼ਿਆਦਾ ਹੋਵੇਗਾ ਤਾਂ ਪਰੇਸ਼ਾਨੀ ਹੋ ਰਹੀ ਹੈ। ਨਹੀਂ ਤਾਂ ਕੀ ਹੈ, ਲੱਗਦੀਆਂ ਰਹਿੰਦੀਆਂ ਗੱਡੀਆਂ ਮੋਟਰਾਂ ਚੱਲਣਗੀਆਂ, ਲੱਗਣਗੀਆਂ ਕਿਤੇ ਨਾ ਕਿਤੇ। ਪਰ ਜਿੰਨਾ ਜ਼ਿਆਦਾ ਲਗਾਵ ਹੋਵੇਗਾ ਉਨਾ ਹੀ ਦੁੱਖ ਜ਼ਿਆਦਾ ਹੋਵੇਗਾ। ਕਈਆਂ ਨੂੰ ਟੈਲੀਫੋਨ ਨਾਲ ਵੀ ਬੜਾ ਲਗਾਵ ਹੁੰਦਾ, ਗਵਾਚ ਜਾਵੇ ਤਾਂ ਨੀਂਦ ਨਹੀਂ ਆਉਂਦੀ, ਬਹੁਤ ਬੇਚੈਨ ਹੁੰਦੇ, ਤੜਪਦੇ ਹਨ। ਇਹਦੇ ਨਾਲ ਮੋਹ ਪੈ ਗਿਆ, ਲਗਾਵ ਹੋ ਗਿਆ। ਅਤੇ ਜਿਹੜੀ ਚੀਜ਼ ਦੀ ਤੁਸੀਂ ਅਹਿਮੀਅਤ ਜ਼ਿਆਦਾ ਸਮਝ ਲੈਂਦੇ ਹੋ, ਮੁੱਲ ਜ਼ਿਆਦਾ ਸਮਝ ਲੈਂਦੇ ਹੋ, ਉਹਦੇ ਨਾਲ ਲਗਾਵ ਹੋ ਜਾਂਦਾ ਹੈ। ਅਤੇ ਧਨ ਦੀ ਵੈਲਿਊ ਬਹੁਤ ਜ਼ਿਆਦਾ ਸਮਝ ਲਈ ਹੈ ਜਿਹਨੇ, ਉਹਦਾ ਚਿੰਤਾ ਧਨ ਵੱਲ ਹੀ ਰਹਿੰਦਾ ਹੈ ਵੀ ਕਿਤੇ ਕੋਈ ਚੱਕ ਨਾ ਲਵੇ। ਜਿਵੇਂ ਪੁਰਾਣੇ ਸਮਿਆਂ 'ਚ ਦੱਬ ਦਿੰਦੇ ਸੀ ਨਾ ਧਰਤੀ ਦੇ ਵਿੱਚ, ਹਾਲੇ ਤੱਕ ਵੀ ਬਹੁਤਿਆਂ ਦਾ ਧਨ ਨਿਕਲ ਰਿਹਾ ਹੈ ਧਰਤੀ ਦੇ ਵਿੱਚ ਦੱਬਿਆ ਹੋਇਆ, ਹਜ਼ਾਰਾਂ ਸਾਲ ਪਹਿਲਾਂ ਦੱਬਿਆ ਹੋਵੇਗਾ। ਅਤੇ ਦੱਬ ਲੈਂਦੇ, ਕਿਸੇ ਨੂੰ ਦੱਸਦੇ ਨਾ, ਵੀ ਦੱਸ ਦਿੱਤਾ ਅਗਲੇ ਨੇ ਪੱਟ ਲੈਣਾ ਹੈ, ਅਤੇ ਬਿਨਾਂ ਦੱਸਣ ਤੋਂ ਮਰ ਜਾਂਦੇ ਅਤੇ ਦੱਬਿਆ ਹੀ ਰਹਿ ਜਾਂਦਾ। ਅਤੇ ਕਹਿੰਦੇ ਆ ਨਾ, ਸੱਪ ਬਣ ਕੇ ਫਿਰ ਉਹ ਧਨ ਦੇ ਦੁਆਲੇ ਘੁੰਮਦਾ, ਉੱਪਰ ਬੈਠਾ ਰਹਿੰਦਾ। ਇੱਕ ਦਿਨ ਮੈਂ ਐਸਾ ਦੇਖਿਆ ਵੀ ਕਿਸੇ ਨੇ ਵੀਡੀਓ ਪਾਈ ਹੋਈ ਸੀ, ਤੁਹਾਨੂੰ ਧਨ ਦੀ ਮਟਕੀ ਨਾ ਧਰਤੀ ਦੇ ਵਿੱਚੋਂ ਲੱਭੀ, ਤੋ ਮਟਕੀ ਦੇ ਉੱਪਰ ਨਾ ਇੱਕ ਕੱਪੜਾ ਬੱਧਾ ਹੋਇਆ ਸੀ, ਬਹੁਤ ਮਜ਼ਬੂਤ, ਤੋ ਉੱਦਾਂ ਗਲ ਗਿਆ। ਅਤੇ ਜਦੋਂ ਉਹਨੇ ਥੋੜ੍ਹਾ ਜਿਹਾ ਕੱਪੜਾ ਚੱਕਿਆ ਨਾ ਇੱਕ ਪਾਸੇ ਤੋਂ, ਉਹ ਧਨ ਦੇ ਉੱਪਰ ਵਾਸਤਵਿਕ ਦੇ ਵਿੱਚ ਸੱਪ ਬੈਠਾ ਹੋਇਆ ਸੀ। ਮੈਂ ਵੀ ਦੇਖ ਕੇ ਹੈਰਾਨ ਹੋ ਗਿਆ ਵੀ ਇਹ ਗੱਲ ਤਾਂ ਸੱਚੀਆਂ ਹੀ ਕੀਤੀਆਂ ਹੋਈਆਂ ਸਤਿਪੁਰਖਾਂ ਨੇ, ਵੀ ਧਨ ਦੇ ਉੱਪਰ ਬੈਠਦੇ ਹਨ ਧਨ ਦਾ ਚਿੰਤਨ ਕਰਨ ਵਾਲੇ ਸੱਪ ਬਣ ਕੇ। ਠੀਕ ਹੀ ਕਿਹਾ ਹੋਵੇਗਾ।
ਤੋ ਵਾਕਿਆ ਤੇ ਧਨ ਦੇ ਉੱਪਰ ਬੈਠਾ ਹੋਇਆ ਸੀ, ਮਟਕੀ ਦੇ ਅੰਦਰ, ਕੱਪੜੇ ਦੇ ਅੰਦਰ ਵੜ ਕੇ, ਪਤਾ ਨਹੀਂ ਕਿਹੜੇ ਹਿਸਾਬ ਨਾਲ। ਦੇਖੋ, शायद तदे ही किया है ना, अंतकाल जो लक्ष्मी सिमरे, ऐसी चिंता में जे मरे, सर्प जोन बल बल अवतरे। जान के किया होवेगा ना, अंतकाल जो पुत्र सिमरे, ऐसी चिंता में जे मरे, प्रेत जोन बल बल अवतरे। नहीं, शूकर जोन बल बल अवतरे। ਜਿਹੜਾ ਘਰ ਦਾ ਸਿਮਰਨ ਕਰਦਾ ਹੈ ਉਹ ਪ੍ਰੇਤ ਬਣਦਾ ਹੈ। ਪ੍ਰੇਤ ਬਣ ਕੇ ਉਸ ਘਰ ਦੇ ਵਿੱਚ, ਕਈਆਂ ਘਰਾਂ ਦੇ ਵਿੱਚ ਪ੍ਰੇਤ ਰਹਿਣ ਲੱਗ ਜਾਂਦੇ, ਵੜਨ ਨਹੀਂ ਦਿੰਦੇ ਕਿਸੇ ਨੂੰ, ਉਹ ਉਹਨਾਂ ਦਾ ਘਰ ਹੋਵੇਗਾ ਨਾ। ਐਸਾ ਘਰ ਮੈਂ ਵੀ ਦੇਖਿਆ ਹੈ ਇੱਕ, ਜਿਹਦੇ ਵਿੱਚ ਕੋਈ ਨਹੀਂ ਰਹਿ ਸਕਿਆ ਹੈ। ਤੇ ਚੰਗਾ ਹੋਇਆ ਹੈ, ਹੋ ਰਿਹਾ ਹੈ ਵੀ ਅਗਰ ਤੁਹਾਨੂੰ ਧੋਖਾ ਮਿਲ ਰਿਹਾ ਹੈ, ਬੱਚਿਆਂ ਕੋਲੋਂ ਧੋਖਾ ਮਿਲ ਰਿਹਾ ਹੈ, ਤੇ ਧੰਨ ਭਾਗ ਸਮਝੋ, ਉਹਨਾਂ ਨੂੰ ਧੰਨਵਾਦ ਦਿਓ ਵੀ ਤੁਸੀਂ ਤੋੜ ਰਹੇ ਹੋ ਮੇਰਾ ਮੋਹ, ਮਮਤਾ, ਲਗਾਵ। ਚੰਗੀ ਗੱਲ ਹੈ, ਭਲੀ ਹੈ, ਉਹਨਾਂ ਨੂੰ ਆਸ਼ੀਰਵਾਦ ਦਿਓ। ਘਰਵਾਲੀ ਛੱਡ ਕੇ ਚਲੇ ਗਈ ਹੈ ਤਾਂ ਵੀ ਉਹਦਾ ਵੀ ਧੰਨਵਾਦ ਕਰੋ ਵੀ ਬਾਈ ਤੂੰ ਚੰਗਾ ਕੀਤਾ ਹੈ, ਜਿੰਦੇ ਜੀ ਛੱਡ ਕੇ ਚਲੇਗੀ। ਕਈ ਤਾਂ ਮਰਨ ਤੋਂ ਬਾਅਦ ਵੀ ਫਿਰ ਚੰਬੜਦੀਆਂ ਹਨ। ਭਲਾ ਹੋਇਆ ਜਿੰਦੇ ਜੀ ਛੁਟਕਾਰਾ ਹੋ ਗਿਆ, ਉਹਨੂੰ ਧੰਨਵਾਦ ਦਿਓ। ਅਗਰ ਕਿਸੇ ਦਾ ਘਰ ਵਾਲੇ ਵੱਲੋਂ ਹੋ ਗਿਆ ਛੁਟਕਾਰਾ ਤਾਂ ਉਹਨੂੰ ਵੀ ਧੰਨਵਾਦ ਦਿਓ ਵੀ ਜਿੰਦੇ ਜੀ ਮੋਹ ਤੋੜ ਗਿਆ, ਲਗਾਵ ਤੋੜ ਗਿਆ। ਅਗਰ ਲਗਾਵ ਕੋਈ ਤੋੜ ਰਿਹਾ ਹੈ ਤਾਂ ਵਧੀਆ ਹੈ, ਧੋਖਾ ਥੋੜ੍ਹੀ ਦੇ ਰਿਹਾ ਹੈ, ਕੋਈ ਭਲਾ ਕਰ ਰਿਹਾ ਹੈ ਤੁਹਾਡਾ। ਤੁਸੀਂ ਉਲਟੀ ਗੱਲ ਸੋਚ ਰਹੇ ਹੋ। ਤੁਸੀਂ ਸੋਚ ਰਹੇ ਹੋ ਦੁਨੀਆ ਧੋਖਾ ਦਿੰਦੀ ਹੀ ਹੈ, ਪਰਿਵਾਰਿਕ ਮੈਂਬਰ ਧੋਖਾ ਦੇ ਰਹੇ ਹਨ ਜਾਂ ਬਾਹਰਲੇ ਦੇ ਰਹੇ ਹਨ। ਨਹੀਂ, ਮੈਂ ਕਹਿ ਰਿਹਾ ਹਾਂ ਤੁਹਾਡਾ ਭਲਾ ਕਰ ਰਹੇ ਹਨ। ਤੁਹਾਡਾ ਛੁਟਕਾਰਾ ਹੋ ਰਿਹਾ ਹੈ, ਪਰਿਵਾਰਿਕ ਮੈਂਬਰਾਂ ਨਾਲੋਂ ਵੀ ਲਗਾਵ ਘਟ ਰਿਹਾ ਹੈ, ਚੰਗਾ ਹੋ ਰਿਹਾ ਹੈ। ਤੁਹਾਡਾ ਚਿੱਤ ਕੁਟੁੰਬ ਵਿੱਚੋਂ ਹਟ ਰਿਹਾ ਹੈ। ਇਹੋ ਕਿਹਾ ਹੈ ਨਾ, ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਤੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤਲਾਈ। ਤੁਹਾਡਾ ਚਿੱਤ ਹਟ ਰਿਹਾ ਹੈ ਤੇ ਭਲਾਈ ਹੋ ਰਿਹਾ ਹੈ, ਰੱਬ ਭਲਾਈ ਕਰ ਰਿਹਾ ਹੈ ਨਾ, ਉਹਦਾ ਸ਼ੁਕਰਾਨਾ ਕਰੋ। ਦਰਅਸਲ ਤੁਸੀਂ ਸੁੱਖ ਚਾਹੁੰਦੇ ਹੋ ਸੰਸਾਰ ਵਿੱਚ, ਇਸ ਕਾਰਨ ਤੁਸੀਂ ਕਹਿੰਦੇ ਹੋ ਦੂਸਰਾ ਧੋਖਾ ਦੇ ਗਿਆ। ਬੱਚਿਆਂ ਕੋ ਸੁੱਖ ਚਾਹੁੰਦੇ ਹੋ, ਬੱਚੇ ਸੁੱਖ ਨਹੀਂ ਦੇ ਰਹੇ ਹਨ ਤੁਹਾਨੂੰ, ਤੁਹਾਡਾ ਕਹਿਣਾ ਨਹੀਂ ਮੰਨ ਰਹੇ ਹਨ, ਤੁਹਾਡੀ ਆਗਿਆ 'ਚ ਨਹੀਂ ਚੱਲ ਰਹੇ ਹਨ, ਤੇ ਤੁਹਾਨੂੰ ਲੱਗਦਾ ਹੈ ਭਈ ਧੋਖਾ ਦੇ ਰਹੇ ਹਨ। ਨਹੀਂ, ਉਹ ਤੁਸੀਂ ਸੁੱਖ ਚਾਹੁੰਦੇ ਹੋ ਵੀ ਹੁਣ ਜੇ ਕਹਿਣਾ ਨਹੀਂ ਮੰਨ ਰਹੇ ਤਾਂ ਬੁਢੇਪੇ 'ਚ ਸੁੱਖ ਕਿਵੇਂ ਦੇਣਗੇ। ਫਿਰ ਘਰ ਵਾਲੇ ਕੋ ਤੁਸੀਂ ਸੁੱਖ ਚਾਹੁੰਦੇ ਹੋ, ਅਗਰ ਉਹ ਛੱਡ ਕੇ ਚਲੇ ਜਾਵੇ, ਤੁਸੀਂ ਕਹਿੰਦੇ ਧੋਖਾ ਦੇ ਗਏ। ਨਹੀਂ, ਉਹ ਤੁਸੀਂ ਤੁਹਾਡੀ ਸੁੱਖ ਦੀ ਜਿਹੜੀ ਆਕਾਂਸ਼ਾ ਹੈ ਨਾ, ਉਹਨੂੰ ਤੋੜ ਕੇ ਚਲੇ ਗਏ। ਵਾਸ਼ਨਾ ਤੁਹਾਡੀ ਸੁੱਖ ਭੋਗਣ ਦੀ, ਉਹਨਾਂ ਨਾਲ ਦੂਸਰੇ ਨਾਲ ਸੁੱਖ ਭੋਗਣ ਦੀ ਵਾਸ਼ਨਾ ਤੁਹਾਡੀ ਹੈ, ਤਾਂ ਤੁਸੀਂ ਆਪਣੀ ਵਾਸ਼ਨਾ ਨੂੰ ਸਿਆਣੋ, ਚਾਹਤ ਨੂੰ ਸਿਆਣੋ। ਦੂਸਰੇ ਨਾਲ ਸੁੱਖ ਕਿਉਂ ਭੋਗਦੇ ਹੋ? ਤੁਹਾਡੇ ਸੁੱਖ ਅੰਦਰ ਹੈ। ਸਤਿਪੁਰਖ ਕਹਿੰਦੇ ਹਨ, ਦੂਸਰਿਆਂ ਨੂੰ ਕਾਹਨੂੰ ਆਪਣੇ ਕਬਜ਼ੇ 'ਚ ਰੱਖਦੇ ਹੋ? ਦੂਸਰਿਆਂ ਨੂੰ ਕਾਹਨੂੰ ਆਪਣੇ ਚੱਕਰਾਂ 'ਚ ਪਾਉਂਦੇ ਹੋ, ਆਪਣੇ ਪਿੱਛੇ ਲਾਉਂਦੇ ਹੋ? ਦੂਸਰਿਆਂ ਨੂੰ ਛੱਡੋ, ਤੁਹਾਡੇ ਅੰਦਰ ਹੈ ਸੁੱਖ। ਇਸੇ ਕਰਕੇ ਕਹਿੰਦੇ ਨਾ ਵੀ ਜਹ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਤੇ ਰਾਮ ਕਿੱਥੇ ਹੈ? ਤੁਹਾਡੇ ਅੰਦਰ ਹੈ, ਤੇ ਉਹ ਬਾਹਰ ਵੀ ਸਾਰੀ ਜਗ੍ਹਾ। ਪਰ ਬਾਹਰ ਤੁਹਾਨੂੰ ਇਹਨਾਂ ਅੱਖਾਂ ਦੇ ਨਾਲ ਰਾਮ ਥੋੜ੍ਹੀ ਦੇਖਦਾ ਹੈ। ਇਹਨਾਂ ਦੇ ਅੱਖਾਂ ਦੇ ਨਾਲ ਤੁਹਾਨੂੰ ਧੋਖੇਬਾਜ਼ ਹੀ ਦਿਖ ਰਹੇ ਹਨ, ਸੰਸਾਰੀ ਲੋਕ ਦਿਖ ਰਹੇ ਹਨ। ਇਹਨੇ ਇਹ ਵੀ ਕਿਹਾ ਹੈ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਵੀ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ, ਇੱਕੋ ਹੀ ਪਰਮਾਤਮਾ ਹੈ। ਅਤੇ ਜਿਹੜਾ ਧੋਖਾ ਦੇ ਜਾਂਦਾ ਹੈ ਉਹਦੇ ਵਿੱਚ ਪਰਮਾਤਮਾ ਕਿਵੇਂ ਦੇਖੋ? ਇਹ ਵੀ ਗੱਲ ਠੀਕ ਹੈ, ਉਹਦੇ ਵਿੱਚ ਤਾਂ ਦਿਖਣਾ ਨਹੀਂ ਹੈ। ਬਾਹਰੋਂ ਪਰਮਾਤਮਾ ਨਹੀਂ ਪਹਿਲਾਂ ਦਿਖਦਾ ਹੈ, ਇਹ ਗੱਲ ਖਿਆਲ ਵਿੱਚ ਰੱਖੋ। ਜ਼ਿਆਦਾਤਰ ਧਾਰਮਿਕ ਲੋਕ ਕਹਿਣਗੇ ਸਾਰਿਆਂ ਵਿੱਚ ਪਰਮਾਤਮਾ ਦੇਖੋ। ਨਹੀਂ ਦਿਖਦਾ ਹੈ ਬਾਹਰੋਂ, ਇਹਨਾਂ ਅੱਖਾਂ ਦੇ ਨਾਲ ਨਹੀਂ ਦਿਖਦਾ ਹੈ। ਪਹਿਲਾਂ ਇਹਨਾਂ ਅੱਖਾਂ ਨੂੰ ਬੰਦ ਕਰਨਾ ਪੈਂਦਾ ਹੈ। ਇਸੇ ਕਰਕੇ ਕਿਹਾ ਹੈ ਵੀ ਇੰਦਰੀਆਂ ਨੂੰ ਸੰਕੋਚੋ।
ਇਹਨਾਂ ਅੱਖਾਂ ਨੂੰ ਬੰਦ ਕਰੋ। ਉਹ ਅੱਖ ਦੁਬਾਰਾ ਪਹਿਲਾਂ ਦਿਖੇਗਾ ਜਿਹੜੀ ਅੰਦਰਲੀ ਹੈ ਧਿਆਨ ਦੀ ਅੱਖ। ਉਹ ਅੱਖੀਆਂ ਬਿਆਨ ਜਿੰਨੀ ਦਸੰਦੜੋ ਮਾਂ ਪੇਰੀ, ਪਹਿਲਾਂ ਇਹਨਾਂ ਨਾਲ ਨਹੀਂ ਦਿਖੇਗਾ। ਇਹਨਾਂ ਨੂੰ ਇਸੇ ਕਰਕੇ ਬੰਦ ਕਰਨ ਨੂੰ ਕਿਹਾ ਹੈ, ਬਾਹਰੋਂ ਧਿਆਨ ਹਟਾਉਣ ਨੂੰ ਕਿਹਾ ਹੈ। ਬਾਹਰੋਂ ਦੇਖੋ ਨਾ ਪਹਿਲਾਂ ਇਹਨਾਂ ਅੱਖਾਂ ਦੁਆਰਾ, ਨਾ ਹੀ ਇਹਨਾਂ ਕੰਨਾਂ ਦੁਆਰਾ ਸੁਣੋ। ਸਾਰੀਆਂ ਇੰਦਰੀਆਂ ਤੋਂ ਧਿਆਨ ਨੂੰ ਹਟਾਓ, ਅੰਦਰ ਦੇਖੋ। ਅੰਦਰ ਤੋਂ ਉਹ ਦਿਖੇਗਾ ਪਹਿਲਾਂ। ਜਦੋਂ ਅੰਦਰ ਦਿਖ ਪਿਆ ਨਾ, ਫਿਰ ਅੰਦਰ ਬਾਹਰ ਸਾਰੀ ਜਗ੍ਹਾ ਹੀ ਦਿਖੇਗਾ। ਫਿਰ ਰੂਪ ਨਹੀਂ ਦਿਖਣਗੇ ਵਾਸਤਵਿਕ। ਹੁਣ ਤੁਹਾਨੂੰ ਰੂਪ ਵਾਸਤਵਿਕ ਦਿਖ ਰਹੇ ਹਨ, ਇਸ ਕਰਕੇ ਤੁਸੀਂ ਕਹਿੰਦੇ ਧੋਖਾ ਦੇਗੀ। ਫਿਰ ਤੁਹਾਨੂੰ ਅਰੂਪ ਵਾਸਤਵਿਕ ਦਿਖੇਗਾ। ਹੁਣ ਤਾਂ ਤੁਹਾਨੂੰ ਸਰਗੁਣ ਦਿਖ ਰਿਹਾ ਹੈ ਸਾਰੇ ਪਾਸੇ ਵਾਸਤਵਿਕ। ਫਿਰ ਤੁਹਾਨੂੰ ਨਿਰਗੁਣ ਵਾਸਤਵਿਕ ਦਿਖੇਗਾ, ਕਿਉਂਕਿ ਨਿਰਗੁਣ ਵਾਸਤਵਿਕ ਹੈ, ਉਹਦੇ ਅੰਦਰ ਸਰਗੁਣ ਬਣਿਆ ਹੋਇਆ ਹੈ। ਨਿਰਗੁਣ ਫਿਰ ਵੱਡਾ ਹੈ, ਨਿਰਾਕਾਰ, ਉਹਦੇ ਅੰਦਰ ਛੋਟਾ ਜਿਹਾ ਆਕਾਰ ਬਣੇ ਹੋਏ ਹਨ, ਛੋਟੇ ਛੋਟੇ। ਅਤੇ ਜਿਨ੍ਹਾਂ ਨੂੰ ਅੰਦਰੋਂ ਦਿਖਿਆ ਸੀ ਨਾ ਸਤਿਪੁਰਖਾਂ ਨੂੰ, ਉਹਨਾਂ ਨੇ ਕਿਹਾ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹਨਾਂ ਨੂੰ ਆਕਾਰ ਨਹੀਂ ਸੀ ਦਿਖ ਰਿਹਾ ਬਾਹਰ, ਚੰਗੇ ਮਾੜੇ। ਇਸ ਕਾਰਨ ਉਹਨਾਂ ਨੇ ਕਿਹਾ ਵੀ ਹੈ, ਨਾ ਕੋ ਬੁਰਾ ਨਾ ਕੋ ਭਲਾ, ਭਲਾ ਬੁਰਾ ਕਿਸ ਕੋ ਕਹੀਏ, ਤੁਝ ਬਿਨ ਕੋਈ ਨਾ ਹੈ। ਅਤੇ ਉਹ ਅੰਦਰ ਦੇਖ ਰਹੇ ਸੀ। ਤੁਸੀਂ ਬਾਹਰ ਰੂਪ ਦੇਖਦੇ ਹੋ, ਉਹ ਆਰੂਪ ਨੂੰ ਦੇਖ ਰਹੇ ਸਨ। ਅਤੇ ਇਸ ਕਰਕੇ ਪਹਿਲਾਂ ਰੂਪਾਂ ਵੱਲੋਂ ਧਿਆਨ ਹਟਾਉਣਾ ਹੈ, ਚੰਗੇ ਬੁਰੇ ਵੱਲੋਂ, ਆਪਣੇ ਪਰਾਏ ਵੱਲੋਂ। ਟੋਟਲ ਧਿਆਨ ਹਟੇਗਾ, ਫਿਰ ਤੁਹਾਡਾ ਉਸ ਇੱਕ ਦੇ ਵਿੱਚ ਧਿਆਨ ਲੱਗੇਗਾ। ਫਿਰ ਤੁਹਾਨੂੰ ਉਹ ਰਮਿਆ ਹੋਇਆ ਦਿਖਾਈ ਦੇਵੇਗਾ। ਸਾਰੀ ਜਗ੍ਹਾ ਹੈ ਕਟ ਕਟ ਮੇ ਹਰਜੂ ਬਸੇ, ਸੰਤਨ ਕਿਉ ਪੁਕਾਰ। ਉਹਨਾਂ ਨੇ ਗਲਤ ਨਹੀਂ ਕਿਹਾ ਹੈ, ਪਰ ਉਹ ਅੰਦਰੋਂ ਦੇਖ ਕੇ ਕਹਿ ਰਹੇ ਹਨ। ਬਾਹਰੋਂ ਦੇਖ ਕੇ ਭਲਾ ਬੁਰਾ ਨਹੀਂ ਮਿਟੇਗਾ, ਆਪਣਾ ਪਰਾਇਆ ਨਹੀਂ ਮਿਟੇ। ਬਾਹਰੋਂ ਧਿਆਨ ਹਟਾ ਕੇ ਅੰਦਰ ਨੂੰ ਆਓ, ਅੰਦਰ ਤੁਹਾਡੇ ਹੈ ਸੁੱਖ ਨਿਦਾਨ।